वाटां लम्मियां ते रस्ता पहाड़ दा, तुर जांदे गुरां दे लाल जी। सरसा नदी ते विछोड़ा पै गया, उस वेले दा सुन लो हाल जी। वाटां लम्मियां ते रस्ता पहाड़ दा, तुर जांदे गुरां दे लाल जी। सरसा नदी ते विछोड़ा पै गया, उस वेले दा सुन लो हाल जी। वाटां लम्मियां ते रस्ता पहाड़ दा। सिख चैनल देख रही यूके यूरोप ਅਤੇ देश विदेश की संगत ਨੂੰ ਵਾਹਿਗੁਰੂ जी का खालसा ਵਾਹਿਗੁਰੂ जी की फतेह। मैं हरिंदर सिंह ਗਿੱਲ ਤੇ ਇਸ ਤੋਂ ਪਹਿਲਾਂ ਜਿਹੜੀ ਤੁਸੀਂ ਡਾਕੂਮੈਂਟਰੀ ਦੇਖੀ ਉਸ ਦੇ ਵਿੱਚ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜੀ ਦੇ ਆਪ ਜੀ ਨੂੰ ਦਰਸ਼ਨ ਦਿਦਾਰੇ ਕਰਵਾਏ, ਜਿੱਥੇ ਸਾਹਿਬੇ ਕਮਾਲ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਤੇ ਉਸ ਪਰਿਵਾਰ ਦਾ ਜਦੋਂ ਵਿਛੋੜਾ ਪਿਆ ਤੇ ਉਹਨਾਂ ਵਿੱਚੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸਰਸਾ ਨਦੀ ਜਿਸ ਨੂੰ ਕਿਹਾ ਜਾਂਦਾ ਆ, ਸਰਸਾ ਦਾ ਜ਼ਿਕਰ ਹੁੰਦਾ ਆ। ਸਰਸਾ ਇੱਕ ਪਿੰਡ ਆ ਨੇੜੇ, ਉਸ ਦੇ ਨੇੜਿਓਂ ਦੀ ਜਿਹੜੀ ਇੱਕ ਨਹਿਰ ਕਹਿ ਲਿਆ ਜਾਵੇ ਉਹ ਲੰਘਦੀ ਆ, ਉਸ ਨੂੰ ਸਰਸਾ ਕਿਹਾ ਜਾਂਦਾ, ਜਿਹੜੀ ਕਿ ਤੁਸੀਂ ਦੇਖ ਸਕਦੇ ਜੇ ਜਿਸ ਦੇ ਕਿਨਾਰੇ ਦੇ ਉੱਤੇ ਅਸੀਂ ਖੜ੍ਹੇ ਹਾਂ। ਜਦੋਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਪਰਿਵਾਰ ਦਾ ਵਿਛੋੜਾ ਪਿਆ ਤਾਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਉਸੇ ਹੀ ਸਰਸਾ ਦੇ ਕਿਨਾਰੇ ਦੇ ਉੱਤੇ ਚਲਦੇ ਚਲਦੇ ਪਹੁੰਚੇ ਬਾਬਾ ਕੁੰਮਾ ਮਾਸ਼ਕੀ ਜੀ, ਜਿਨ੍ਹਾਂ ਦਾ ਇਸ ਵੇਲੇ ਗੁਰਦੁਆਰਾ ਸਾਹਿਬ ਇੱਥੇ ਸੁਸ਼ੋਭਿਤ ਆ। ਉੱਥੇ ਉਸ ਵੇਲੇ ਕੁੰਮਾ ਮਾਸ਼ਕੀ ਦੀ ਇੱਕ ਝੁੱਗੀ ਸੀਗੀ, ਇੱਕ ਝੌਪੜੀ ਸੀਗੀ, ਜਿਸ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੇ ਤੇ ਮਾਤਾ ਗੁਜਰੀ ਜੀ ਨੇ ਪਹਿਲੀ ਰਾਤ ਗੁਜ਼ਾਰੀ। ਇਸ ਵੇਲੇ ਅਸੀਂ ਉਸੇ ਹੀ ਸਰਸਾ ਦੇ ਕੰਢੇ ਦੇ ਉੱਤੇ ਖੜ੍ਹੇ ਹਾਂ, ਜਿਹਦੇ ਵਿੱਚ ਉਸ ਸਮੇਂ ਹੜ੍ਹ ਆਇਆ ਹੋਇਆ ਸੀਗਾ। ਜਦੋਂ ਪਰਿਵਾਰ ਨੇ ਇਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਨੇ ਇਸ ਨੂੰ ਪਾਰ ਕੀਤਾ। ਬਹੁਤ ਸਾਰਾ ਵਡਮੁੱਲਾ ਇਤਿਹਾਸ, ਹੋਰ ਬਹੁਤ ਸਾਰਾ ਲਿਟਰੇਚਰ ਸਿੱਖ ਕੌਮ ਨਾਲ ਸੰਬੰਧਿਤ ਜਿਹੜਾ ਸੀਗਾ, ਜੋ ਗੁਰੂ ਮਹਾਰਾਜ ਜੀ ਦੀ ਬਾਣੀ ਸੀਗੀ, ਉਹ ਵੀ ਇਸ ਦੇ ਵਿੱਚ ਵਹਿ ਗਈ ਸੀ ਉਸ ਸਮੇਂ, ਕਿਉਂਕਿ ਬਹੁਤ ਜ਼ਿਆਦਾ ਪਾਣੀ ਚੜ੍ਹਿਆ ਹੋਇਆ ਸੀਗਾ, ਹੜ੍ਹ ਬਹੁਤ ਜ਼ਿਆਦਾ ਆਇਆ ਹੋਇਆ ਸੀਗਾ। ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਇਸ ਦੇ ਕਿਨਾਰੇ ਕਿਨਾਰੇ ਚੱਲਦੇ ਚੱਲਦੇ ਜਦ ਅੱਗੇ ਇੱਕ ਝੌਂਪੜੀ ਦੇਖਦੇ ਨੇ ਤਾਂ ਉੱਥੇ ਚੱਲ ਕੇ ਪਤਾ ਲੱਗਦਾ ਆ ਕਿ ਇਹ ਕੁੰਮਾ ਮਾਸ਼ਕੀ ਦੀ ਝੌਂਪੜੀ ਆ, ਜਿਸ ਦੇ ਵਿੱਚ ਸਾਹਿਬਜ਼ਾਦਿਆਂ ਨੇ ਤੇ ਮਾਤਾ ਗੁਜਰੀ ਜੀ ਨੇ ਪਹਿਲੀ ਰਾਤ ਗੁਜ਼ਾਰੀ। ਸੋ ਇਸ ਵੇਲੇ ਅਸੀਂ ਉਸੇ ਹੀ ਜਗ੍ਹਾ ਦੇ ਉੱਤੇ ਖੜ੍ਹੇ ਹਾਂ, ਬਿਲਕੁਲ ਉਜਾੜ ਬੀਆਬਾਨ ਇਲਾਕਾ ਆਏ ਤੇ ਇਸ ਜਗ੍ਹਾ ਦੇ ਉੱਤੇ ਅਸੀਂ ਖੜ੍ਹੇ ਹਾਂ। ਤੇ ਆਓ ਅੱਗੇ ਚੱਲ ਕੇ ਤੁਹਾਨੂੰ ਦਰਸ਼ਨ ਦਿਦਾਰੇ ਕਰਾਉਂਦੇ ਹਾਂ, ਜਿੱਥੇ ਇਸ ਵੇਲੇ ਹੁਣ ਗੁਰਦੁਆਰਾ ਸਾਹਿਬ ਸੁਸ਼ੋਭਿਤ ਆ ਸ਼ਨ ਬਾਬਾ ਕੁੰਮਾ ਮਾਸ਼ਕੀ ਜੀ, ਉਸ ਦੇ ਦਰਸ਼ਨ ਦਿਦਾਰੇ ਕਰਾਉਂਦੇ ਹਾਂ ਤੇ ਨਾਲ ਹੀ ਇੱਥੋਂ ਦੇ ਇਤਿਹਾਸ ਸੰਬੰਧੀ ਸਿੱਖ ਸੰਗਤਾਂ ਨੂੰ ਕਰਾਉਂਦੇ ਹਾਂ ਜਾਣੂ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਇਹਨਾਂ ਰਾਹਾਂ ਤੋਂ ਹੁੰਦੇ ਹੋਏ ਇਸ ਜਗ੍ਹਾ ਦੇ ਉੱਤੇ ਪਹੁੰਚੇ, ਜਿੱਥੇ ਉਸ ਸਮੇਂ ਕੁੰਮਾ ਮਾਸ਼ਕੀ ਦੀ ਝੁੱਗੀ ਸੀ। ਮਖਮਲੀ ਪਲੰਘਾਂ ਦੇ ਉੱਤੇ, ਮਖਮਲੀ ਬਿਸਤਰਿਆਂ ਦੇ ਉੱਤੇ ਸੌਣ ਵਾਲੇ ਉਹ ਸਾਹਿਬਜ਼ਾਦੇ, ਜਦੋਂ ਪਰਿਵਾਰ ਦੇ ਉੱਤੇ ਇੱਕ ਸਮਾਂ ਇਸ ਤਰ੍ਹਾਂ ਦਾ ਬਣਿਆ ਕਿ ਉਹਨਾਂ ਨੂੰ ਅਜਿਹੇ ਵਿਖੜੇ ਪੈਂਡੇ ਜਿਹੜੇ ਆ ਉਹ ਤੈਅ ਕਰਨੇ ਪਏ। ਇਸ ਤਰ੍ਹਾਂ ਦੇ ਰਸਤਿਆਂ ਦੇ ਵਿੱਚੋਂ ਦੀ ਰਾਤ ਬਰਾਤੇ ਲੰਘਣਾ ਪਿਆ, ਗੁਜ਼ਰਨਾ ਪਿਆ। ਮਾਤਾ ਗੁਜਰੀ ਜੀ ਉਹਨਾਂ ਦੇ ਨਾਲ ਸਨ। ਹਮੇਸ਼ਾ ਹੀ ਬੱਚਿਆਂ ਨੂੰ ਮਾਤਾ ਗੁਜਰੀ ਜੀ ਨੇ ਧਰਮ ਦੇ ਲਈ ਲੜਨ ਦੀ, ਧਰਮ ਦੇ ਲਈ ਖੜ੍ਹਨ ਦੀ ਸਿੱਖਿਆ ਦਿੱਤੀ ਤੇ ਅੰਤ ਤੱਕ ਸਾਹਿਬਜ਼ਾਦਿਆਂ ਨੇ ਉਸ ਸਿੱਖਿਆ ਦੇ ਉੱਤੇ ਪਹਿਰਾ ਦਿੰਦਿਆਂ ਹੋਇਆਂ ਆਪਣੀ ਸ਼ਹਾਦਤ ਦਿੱਤੀ। ਉਹਨਾਂ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕਰਕੇ ਦਿਖਾਏ। ਇਹ ਉਹ ਇਲਾਕਾ ਆ ਜਿਹੜਾ ਕਿ ਹੁਣ ਬਹੁਤ ਜ਼ਿਆਦਾ ਕਹਿ ਲਿਆ ਜਾਵੇ ਕਿ ਇਸ ਦੀ ਸੁਧਾਰ ਹੋ ਚੁੱਕਾ ਆ, ਪਰ ਉਸ ਸਮੇਂ ਜੇ ਅਸੀਂ ਮਹਿਸੂਸ ਕਰੀਏ ਤਾਂ ਇਹ ਕਿਸ ਤਰ੍ਹਾਂ ਦਾ ਉਦੋਂ ਰਸਤਾ ਹੋਵੇਗਾ, ਕਿਸ ਤਰ੍ਹਾਂ ਦਾ ਇਲਾਕਾ ਹੋਵੇਗਾ। ਇੱਕ ਜੰਗਲ ਦੇ ਨਾਲ ਭਰਿਆ ਹੋਇਆ ਪੂਰਾ ਇਲਾਕਾ ਸੀਗਾ ਉਸ ਸਮੇਂ, ਜਿੱਥੋਂ ਦੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ
ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਗੁਜ਼ਰੇ ਲੰਘੇ ਤੇ ਇੱਥੇ ਇੱਕ ਝੁੱਗੀ ਦੇ ਵਿੱਚ, ਇੱਕ ਝੌਪੜੀ ਦੇ ਵਿੱਚ ਉਹਨਾਂ ਨੇ ਰਾਤ ਗੁਜ਼ਾਰੀ। ਪਹਿਲੀ ਰਾਤ ਪਰਿਵਾਰ ਤੋਂ ਵਿਛੜਨ ਤੋਂ ਬਾਅਦ ਦੇ ਵਿੱਚ ਉਹ ਪਹਿਲੀ ਰਾਤ ਜਿਹੜੀ ਆ ਉਹ ਜਿਸ ਜਗ੍ਹਾ ਦੇ ਉੱਤੇ ਅਸੀਂ ਜਾ ਰਹੇ ਹਾਂ, ਜਿਹੜਾ ਰਸਤਾ ਤੁਹਾਨੂੰ ਨਜ਼ਰ ਆ ਰਿਹਾ ਆ, ਇਹ ਉਸੇ ਹੀ ਜਗ੍ਹਾ ਵੱਲ ਨੂੰ ਜਾ ਰਿਹਾ ਆ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਤੇ ਮਾਤਾ ਗੁਜਰ ਕੌਰ ਜੀ ਨੇ ਆਪਣੀ ਪਰਿਵਾਰ ਵਿਛੜਨ ਤੋਂ ਬਾਅਦ ਦੇ ਵਿੱਚ ਪਹਿਲੀ ਰਾਤ ਗੁਜ਼ਾਰੀ। ਸੋ ਇਸੇ ਤਰ੍ਹਾਂ ਹੀ ਪੜਾਅ ਦਰ ਪੜਾਅ ਗੁਜ਼ਰਦੇ ਹੋਏ ਇੱਕ ਦਿਨ ਉਹਨਾਂ ਨੂੰ ਗੰਗੂ ਦੇ ਨਾਲ ਜਦ ਮੇਲ ਹੋਇਆ ਤਾਂ ਉਹ ਆਪਣੇ ਘਰ ਲੈ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਸੂਬੇ ਦੀ ਕਚਹਿਰੀ ਦੇ ਵਿੱਚ ਇਤਲਾਹ ਕਰ ਦਿੱਤੀ ਗਈ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ। ਉੱਥੇ ਵੀ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਨੂੰ ਸਿੱਖਿਆਵਾਂ ਦਿੰਦੇ ਰਹੇ। ਉਹਨਾਂ ਦੇ ਦਾਦਾ ਗੁਰੂ ਤੇਗ ਬਹਾਦਰ ਜੀ ਦੇ ਸਬੰਧ ਦੇ ਵਿੱਚ, ਉਹਨਾਂ ਦੀ ਬਹਾਦਰੀ ਦੇ ਸਬੰਧ ਦੇ ਵਿੱਚ, ਉਹਨਾਂ ਦੀ ਕੁਰਬਾਨੀ ਦੇ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਰਹੇ। ਉਹ ਕਹਾਣੀਆਂ ਸੁਣਾਉਂਦੇ ਰਹੇ। ਉਹਨਾਂ ਦੇ ਬਾਬਾ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਜੀਵਨ ਦੀਆਂ ਕਹਾਣੀਆਂ ਸੁਣਾਉਂਦੇ ਰਹੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਦੀਆਂ ਕਹਾਣੀਆਂ ਸੁਣਾਉਂਦੇ ਰਹੇ। ਸੋ ਇਹ ਉਹ ਇਲਾਕਾ ਉਸ ਸਮੇਂ ਜੋ ਆਜ਼ਾਦ ਬਿਆਬਾਨ ਹੋਇਆ ਕਰਦਾ ਸੀਗਾ, ਹੁਣ ਕੁਝ ਹੱਦ ਤੱਕ ਆਬਾਦ ਹੋ ਚੁੱਕਾ ਹੈ। ਪਰ ਇਸ ਇਲਾਕੇ ਦੀ ਹੁਣ ਵੀ ਦੇਖਿਆ ਜਾਵੇ ਤਾਂ ਪੂਰੀ ਤਰ੍ਹਾਂ ਦੇ ਨਾਲ ਇਹ ਇਲਾਕਾ ਜਿਹੜਾ ਅਜੇ ਵੀ ਵਿਕਸਿਤ ਨਹੀਂ ਹੋ ਸਕਿਆ। ਅਜੇ ਵੀ ਦੂਰ ਦੂਰ ਤੱਕ ਜੇਕਰ ਨਜ਼ਰ ਮਾਰੀਏ ਤਾਂ ਟਾਵਾਂ ਟਾਵਾਂ ਘਰ ਕੋਈ ਨਜ਼ਰ ਆਉਂਦਾ ਹੈ। ਇੱਕ ਜੰਗਲ ਵਰਗਾ ਇਲਾਕਾ ਜਿਹੜਾ ਆ ਉਹ ਨਜ਼ਰ ਆਉਂਦਾ ਆ। ਇਸ ਜਗ੍ਹਾ ਦੇ ਉੱਤੇ ਸਰਸਾ ਦੇ ਕਿਨਾਰੇ ਕਿਨਾਰੇ ਚਲਦਿਆਂ ਇੱਕ ਜਗ੍ਹਾ ਦੇ ਉੱਤੇ ਕਿਤੇ ਲੋਅ ਹੁੰਦੀ ਨਜ਼ਰ ਆਈ ਤਾਂ ਉਸ ਜਗ੍ਹਾ ਦੇ ਉੱਤੇ ਜਦ ਪਹੁੰਚੇ ਤਾਂ ਦੇਖਿਆ ਕਿ ਇਹ ਕੁੰਮੇ ਮਾਸ਼ਕੀ ਦੀ ਉਹ ਝੌਪੜੀ ਹੈ, ਉਹ ਝੁੱਗੀ ਹੈ ਜਿਸ ਦੇ ਵਿੱਚ ਉਹ ਰਾਤ ਕੱਟਿਆ ਕਰਦਾ ਸੀ, ਰਾਤ ਬਸਰ ਕਰਿਆ ਕਰਦਾ ਸੀ, ਆਪਣਾ ਜੀਵਨ ਬਸਰ ਕਰਿਆ ਕਰਦਾ ਸੀ। ਉਸੇ ਹੀ ਜਗ੍ਹਾ ਦੇ ਉੱਤੇ ਆ ਕੇ ਰਾਤ ਨੂੰ ਸਾਹਿਬਜ਼ਾਦਿਆਂ ਨੇ ਤੇ ਮਾਤਾ ਗੁਜਰੀ ਜੀ ਨੇ ਰਾਤ ਕੱਟੀ ਤੇ ਇੱਥੋਂ ਰਾਤ ਕੱਟਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਅੱਗੇ ਦਾ ਸਫ਼ਰ ਤੈਅ ਕੀਤਾ। ਆਪ ਜੀ ਦਰਸ਼ਨ ਦਿਦਾਰੇ ਕਰ ਰਹੇ ਹੋ ਗੁਰਦੁਆਰਾ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਯਾਦਗਾਰ ਸ਼ਨ ਬਾਬਾ ਕੁੰਮਾ ਮਾਸ਼ਕੀ ਜੀ। ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਅਸਥਾਨ 'ਤੇ ਦਾਦੀ ਮਾਂ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਸਰਸਾ ਨਦੀ ਦੇ ਕਿਨਾਰੇ ਗੁਰਦੁਆਰਾ ਪਰਿਵਾਰ ਵਿਛੋੜਾ ਤੋਂ ਆਪਣੇ ਪਰਿਵਾਰ ਨਾਲੋਂ ਵਿਛੜ ਕੇ 7 ਪੋਹ 21 ਦਸੰਬਰ 1704 ਈਸਵੀ ਦੀ ਇੱਕ ਰਾਤ ਬੇੜੀ ਦੇ ਮਲਾਹ ਬਾਬਾ ਕੁੰਮਾ ਮਾਸ਼ਕੀ ਦੀ ਝੌਂਪੜੀ 'ਚ ਬਤੀਤ ਕੀਤੀ ਸੀ। ਨੇੜੇ ਕਿਸੇ ਪਿੰਡ 'ਚ ਵਸਦੀ ਮਾਈ ਲక్ష్ਮੀ ਨਾਂ ਦੀ ਵਿਧਵਾ ਬ੍ਰਾਹਮਣੀ ਨੇ ਦਾਦੀ ਮਾਂ ਤੇ ਨਿੱਕੀਆਂ ਜੰਦਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕੀਤੀ। ਗੰਗੂ ਪਾਪੀ ਇੱਥੇ ਹੀ ਆ ਕੇ ਮਿਲਿਆ ਸੀ ਅਤੇ ਉਹ ਇੱਥੋਂ ਇਹਨਾਂ 3 ਰੱਬੀ ਰੂਹਾਂ ਨੂੰ ਆਪਣੇ ਨਾਲ ਲੈ ਗਿਆ। ਖੋਜ ਅਤੇ ਸਥਾਪਨਾ ਦੀ ਗੱਲ ਕੀਤੀ ਜਾਵੇ ਤਾਂ ਇਸ ਅਸਥਾਨ ਦੀ ਖੋਜ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਰਦਾਰ ਸੁਰਿੰਦਰ ਸਿੰਘ ਖਾਲਸਾ ਪਿੰਡ ਖਜੂਰਲਾ ਤਹਿਸੀਲ ਫਗਵਾੜਾ ਪਾਸੋਂ 2004 ਈਸਵੀ ਵਿੱਚ ਕਰਾਈ। 12 ਜੁਲਾਈ 2007 ਦਿਨ ਵੀਰਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕਰਕੇ ਗੁਰੂ ਅਸਥਾਨ ਕਾਇਮ ਕੀਤਾ ਗਿਆ ਅਤੇ 16 ਜੁਲਾਈ 2007 ਨੂੰ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ ਜੋ ਅੱਜ ਵੀ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। 6, 7 ਅਤੇ 8 ਪੋਹ ਨੂੰ ਸਾਲਾਨਾ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਹੈ ਅਤੇ ਇਸ ਦਾ ਪ੍ਰਬੰਧ ਇਲਾਕੇ ਦੀ ਚੁਣੀ ਹੋਈ ਕਮੇਟੀ ਕਰਦੀ ਹੈ। ਸ਼ਹੀਦੀ ਪੈਂਡੇ ਦੀਆਂ 6 ਰਾਤਾਂ ਦੀ ਗੱਲ ਕਰੀਏ ਤਾਂ 7 ਪੋਹ ਇਸ ਸਥਾਨ 'ਤੇ, 8 ਪੋਹ ਪਿੰਡ ਕਾਇਨੌਰ, 9 ਪੋਹ ਪਿੰਡ ਸਹੇੜੀ, 10 ਪੋਹ ਕੋਤਵਾਲੀ ਮੋਰਿੰਡਾ, 11, 12 ਪੋਹ ਠੰਡਾ ਬੁਰਜ, 13 ਪੋਹ ਦੇ ਦਿਨ ਨੂੰ ਦਾਦੀ ਮਾਂ ਤੇ ਪੋਤਿਆਂ ਨੇ ਦੇਸ਼ ਧਰਮ ਦੇ ਲਈ ਆਪਾ ਵਾਰ ਦਿੱਤਾ।
ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਸਿੱਖ ਚੈਨਲ ਦੇ ਰਾਹੀਂ ਅਸੀਂ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਾ ਰਹੇ ਹਾਂ। ਸੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਦਰਸ਼ਨ ਦਿਦਾਰੇ ਕਰਵਾ ਰਹੇ ਹਾਂ ਬਾਬਾ ਕੁੰਮਾ ਮਾਸ਼ਕੀ ਜੀ ਦੇ ਉਸ ਗੁਰਦੁਆਰਾ ਸਾਹਿਬ ਦੇ ਜਿਹੜਾ ਗੁਰਦੁਆਰੇ ਦਾ ਨਾਮ ਗੁਰਦੁਆਰਾ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਯਾਦਗਾਰ ਸ਼ਨ ਬਾਬਾ ਕੁੰਮਾ ਮਾਸ਼ਕੀ ਜੀ ਹੈ। ਇਹ ਉਹ ਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੇ ਪਹਿਲੀ ਰਾਤ ਬਸਰ ਕੀਤੀ। ਸੋ ਅਸੀਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਾ ਰਹੇ ਹਾਂ ਅਤੇ ਅੱਜ ਅਸੀਂ ਖੜ੍ਹੇ ਹਾਂ ਪਵਿੱਤਰ ਅਸਥਾਨ ਗੁਰਦੁਆਰਾ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਅਤੇ ਸ਼ਨ ਬਾਬਾ ਕੁੰਮਾ ਮਾਸ਼ਕੀ ਜੀ। ਸੋ ਸਾਨੂੰ ਇੱਥੋਂ ਦੇ ਇਤਿਹਾਸ ਦੀ ਸਮੁੱਚੇ ਇਤਿਹਾਸ ਦੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ। ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਪਰਿਵਾਰ ਜਿਹੜਾ ਵਿਛੜਦਾ ਸਾਹਿਬ ਕਮਾਲ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਤਾਂ ਉਹ ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਵਿਛੜਦਾ ਹੈ। ਅਤੇ ਜੇਕਰ ਗੱਲ ਕਰੀਏ ਮਾਤਾ ਗੁਜਰੀ ਜੀ ਦੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ, ਤਾਂ ਉਹ ਕਿਸ ਤਰ੍ਹਾਂ ਦੇ ਨਾਲ ਇਸ ਅਸਥਾਨ ਦੇ ਉੱਤੇ ਪਹੁੰਚਦੇ ਆ, ਇਸ ਜਗ੍ਹਾ ਦੇ ਉੱਤੇ ਪਹੁੰਚਦੇ ਆ। ਜਦੋਂ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੋੜਾ ਹੁੰਦਾ ਹੈ, ਇੱਥੋਂ ਪਰਿਵਾਰ ਵਿਛੋੜਾ ਸਾਹਿਬ ਤਕਰੀਬਨ 4 ਕਿਲੋਮੀਟਰ ਦੀ ਦੂਰੀ 'ਤੇ ਆ, ਤਾਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਸਰਸਾ ਨਦੀ ਪਾਰ ਨਹੀਂ ਕਰ ਪਾਉਂਦੇ। ਉਹ ਜੰਗਲ ਵੇਲਿਆਂ ਝੱਲ ਝਾੜੀਆਂ ਦੇ ਵਿੱਚ ਲੁਕਦੇ ਲੁਕਾਉਂਦੇ ਸ਼ਾਮ ਟਾਈਮ ਇੱਥੇ 7 ਪੋਹ ਸ਼ਾਮ ਟਾਈਮ ਇੱਥੇ ਤਕਰੀਬਨ 5:30 ਵਜੇ ਦੇ ਕਰੀਬ ਤੋਂ ਜਦੋਂ ਦਿਨ ਛਿਪਦਾ ਉਦੋਂ ਇੱਥੇ ਇਸ ਸਥਾਨ 'ਤੇ ਪਹੁੰਚਦੇ ਆ। ਅੱਗੇ ਸਰਸਾ ਨਦੀ, ਇੱਕ ਪਾਸੇ ਸਰਸਾ ਨਦੀ ਵਗ ਰਹੀ ਆ ਅਤੇ ਇੱਕ ਪਾਸੇ ਅੱਗੇ ਫਿਰ ਸਤਲੁਜ ਦਰਿਆ ਆ ਜਾਂਦਾ। ਇਹ ਦੋਨਾਂ ਦਾ ਕਿਨਾਰਾ ਇਹ ਸਰਸਾ ਨਦੀ ਸਤਲੁਜ ਦਰਿਆ ਦੇ ਵਿੱਚ ਪੈ ਕੇ ਇਸ ਅਸਥਾਨ 'ਤੇ ਖਤਮ ਹੋ ਜਾਂਦੀ ਆ। ਸਤਲੁਜ ਦੇ ਵਿੱਚ ਉਹ ਅਲੋਪ ਹੋ ਜਾਂਦੀ ਹੈ, ਖਤਮ ਹੋ ਜਾਂਦੀ, ਆਪਣਾ ਵਜੂਦ ਖਤਮ ਕਰ ਲੈਂਦੀ ਆ। ਅਤੇ ਇੱਥੇ ਬਾਬਾ ਕੁੰਮਾ ਮਾਸ਼ਕੀ ਦੀ ਛੰਨ ਸੀ। ਫਿਰ ਇੱਥੇ ਉਹ ਆ ਕੇ ਇੱਕ ਰਾਤ ਉਹਨਾਂ ਨੇ ਬਤੀਤ ਕੀਤੀ ਬਾਬਾ ਕੁੰਮਾ ਮਾਸ਼ਕੀ ਦੀ ਛੰਨ ਦੇ ਵਿੱਚ। ਜਿਹੜੀ ਨਦੀ ਦੀ ਤੁਸੀਂ ਗੱਲ ਕੀਤੀ ਸਰਸਾ ਨਦੀ ਦੀ, ਉਹ ਉਦੋਂ ਵੀ ਜਿਹੜੀ ਜਗ੍ਹਾ ਦੇ ਉੱਤੇ ਹੁਣ ਵਗਦੀ ਆ ਇਸੇ ਜਗ੍ਹਾ ਦੇ ਉੱਤੇ ਵਗਦੀ ਸੀ ਜਾਂ ਉਦੋਂ ਉਹਦਾ ਵਹਾਅ ਜਿਹੜਾ ਆ ਉਹ ਹੋਰ ਪਾਸੇ ਸੀਗਾ? ਇਹ ਜਿਹੜੀ ਸਰਸਾ ਨਦੀ ਆ ਇਹ ਲਗਾਤਾਰ ਵਗਣ ਵਾਲੀ ਦਰਿਆ ਨਹੀਂ ਹੈਗਾ। ਇਹ ਜਦੋਂ ਪਹਾੜਾਂ ਵਿੱਚ ਜ਼ਿਆਦਾ ਮੀਂਹ ਪੈਂਦਾ ਹੈ ਨਾ, ਉਦੋਂ ਸਾਰਾ ਪਾਣੀ ਇਕੱਠਾ ਹੋ ਕੇ ਇੱਕ ਲੱਖ ਤੇ ਇੱਕ ਹੜ੍ਹ ਦਾ ਰੂਪ ਧਾਰਨ ਕਰ ਲੈਂਦਾ। ਬਾਕੀ ਇਹ ਲਗਾਤਾਰ ਵਗਣ ਵਾਲਾ ਨਹੀਂ, ਇੱਕ ਛੋਟੀ ਇੱਕ ਚੋਆ ਬਣ ਜਾਂਦਾ। ਜਦੋਂ ਪਹਾੜਾਂ 'ਚ ਮੀਂਹ ਪੈਂਦਾ ਫਿਰ ਪਾਣੀ ਜ਼ਿਆਦਾ ਆਉਣ ਕਾਰਨ ਇੱਥੇ ਹੜ੍ਹ ਦਾ ਰੂਪ ਧਾਰਨ ਕਰ ਲੈਂਦਾ। ਉਸ ਟਾਈਮ ਵੀ ਗੁਰੂ ਸਾਹਿਬ ਜੀ ਦਾ ਜਦੋਂ ਪਰਿਵਾਰ ਵਿਛੋੜਾ ਹੁੰਦਾ ਹੈ ਤਾਂ ਇਹ ਸਰਸਾ ਨਦੀ ਹੜ੍ਹ ਦਾ ਰੂਪ ਧਾਰਨ ਕਰ ਚੁੱਕੀ ਸੀ। ਅਤੇ ਇੱਥੇ ਕੋਈ ਜ਼ਰੂਰੀ ਨਹੀਂ ਵੀ ਇੱਥੇ ਹੀ ਵਗਦੀ ਆ ਸਰਸਾ ਨਦੀ, ਕਦੇ ਉੱਧਰ ਕਦੇ ਇੱਧਰ, ਮਤਲਬ ਆਪਣਾ ਵਹਾਅ ਬਦਲਦੀ ਰਹਿੰਦੀ ਆ ਜ਼ਮੀਨ ਦਾ ਕਟਾਅ ਹੋਣ ਕਾਰਨ। ਪਰ ਉਸ ਸਮੇਂ ਸਰਸਾ ਨਦੀ ਜਦੋਂ ਆਪਾਂ ਭੂਗੋਲਿਕ ਸਥਿਤੀ ਦੇਖਦੇ ਹਾਂ ਤਾਂ ਗੁਰਦੁਆਰਾ ਸਾਹਿਬ ਦੇ ਇੱਧਰਲੇ ਪਿਛਲੇ ਪਾਸੇ ਵਗਦੀ ਸੀ ਸਾਈਡ 'ਤੇ। ਹਾਂਜੀ। ਜੇਕਰ ਗੱਲ ਕਰੀਏ ਇੱਥੋਂ ਦੇ ਇਲਾਕੇ ਦੀ, ਜਿਸ ਤਰ੍ਹਾਂ ਹੁਣ ਵੀ ਦੇਖਿਆ ਜਾਵੇ ਤਾਂ ਬਹੁਤ ਸਾਰਾ ਜਿਹੜਾ ਇਲਾਕਾ ਹੈ ਜੰਗਲ ਵਾਂਗ ਨਜ਼ਰ ਆਉਂਦਾ ਆ, ਤਾਂ ਉਸ ਸਮੇਂ ਤਾਂ ਕਾਫੀ ਸੰਘਣਾ ਜੰਗਲ ਇੱਥੇ ਹੋਵੇਗਾ। ਉਸ ਟਾਈਮ ਬਹੁਤ ਸੰਘਣਾ ਜੰਗਲ ਸੀ। ਪਿੰਡ ਤਾਂ ਹੁਣ ਆਲੇ ਦੁਆਲੇ ਜੋ ਆਪਾਂ ਬੱਸੋਂ ਦੇਖਦੇ ਹਾਂ ਹੁਣ ਵਸੇ ਨੇ। ਉਸ ਟਾਈਮ ਤਾਂ ਬਹੁਤ ਜੰਗਲ ਵੇਲੇ ਝਾੜ ਬਹੁਤ ਭਿਆਨਕ ਜੰਗਲ ਸੀ ਉਸ ਟਾਈਮ ਇਹ। ਪਰ ਹੁਣ ਵੀ ਜਦੋਂ ਇਸ ਸਥਾਨ ਦੀ ਖੋਜ ਹੋਈ, ਭਾਈ ਸੁਰਿੰਦਰ ਸਿੰਘ ਖਾਲਸਾ ਜੀ ਨੇ ਖੋਜ ਕੀਤੀ ਆ ਇਸ ਜਗ੍ਹਾ 'ਤੇ, ਮਤਲਬ ਕੋਈ ਆ ਕੇ ਵੀ ਰਾਜੀ ਨਹੀਂ ਸੀ। ਰਸਤੇ ਕੱਚੇ ਸੀ, ਬਹੁਤ ਜੰਗਲ ਵੇਲੇ ਝਾੜ ਝੂੰਡ ਖੜੇ ਸੀ। ਹੁਣ ਵੀ ਤੁਸੀਂ ਦੇਖ ਸਕਦੇ ਆਲੇ ਦੁਆਲੇ, ਇਹ ਹਜੇ ਵੀ ਕਾਇਮ ਹੈ। ਹਾਂਜੀ। ਬਾਅਦ ਦੇ ਵਿੱਚ ਜਦੋਂ ਉੱਥੋਂ ਮਾਤਾ ਗੁਜਰੀ ਜੀ ਆਉਂਦੇ ਆ ਨਾਲ ਚੱਲਦੇ ਹੋਏ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਆ, ਜਦੋਂ ਬਾਬਾ ਕੁੰਮਾ ਮਾਸ਼ਕੀ ਜੀ ਦੇ ਨਾਲ ਉਹਨਾਂ ਦਾ ਇੱਥੇ ਮਿਲਾਪ ਹੁੰਦਾ ਹੈ, ਉਹਨਾਂ ਨਾਲ ਗੱਲਬਾਤ ਹੁੰਦੀ ਆ, ਤਾਂ ਕੀ ਗੱਲਬਾਤ ਹੁੰਦੀ ਆ, ਕਿਸ ਤਰ੍ਹਾਂ ਦੇ ਨਾਲ ਜਿਹੜਾ ਆ ਉਹ ਦੱਸਿਆ ਜਾਂਦਾ ਹੈ ਕਿ ਮਾਤਾ ਜੀ ਕਿਸ ਤਰ੍ਹਾਂ ਦੱਸਦੇ ਕਿ ਉਹ ਕਿੱਥੋਂ ਆਏ ਜਾਂ ਕੀ ਕੁਝ ਹੋਇਆ? ਜਦੋਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਹੁਣ ਰਾਤ ਪੈਣ ਵਾਲੀ ਸੀ 7 ਪੋਹ ਦੀ, ਉਹਨਾਂ ਨੂੰ ਟਿਕਾਣੇ ਦੀ ਲੋੜ ਸੀ ਕਿਉਂਕਿ ਅੱਗੇ ਰਾਤ ਹਨੇਰੀ, ਪੋਹ ਦੀ ਸਰਦੀ ਸਿਰ 'ਤੇ ਖੜੀ ਸੀ। ਤਾਂ ਹੁਣ ਜ਼ਿੰਮੇਵਾਰੀ ਸੀ ਮਾਤਾ ਜੀ ਦੀ ਕਿ ਬੱਚਿਆਂ ਨੂੰ ਰਾਤ ਕਿੱਥੇ ਰੱਖਿਆ ਜਾਵੇ। ਤਾਂ ਅੱਗੋਂ ਉਹਨਾਂ ਨੂੰ ਛੰਨ ਨਜ਼ਰ ਆਈ, ਤਾਂ ਉੱਥੇ ਦਾ ਮਲਾਹ ਸੀ ਬੇੜੀ ਦਾ। ਇੱਥੇ ਹੁਣ ਵੀ ਪੱਤਣ ਪੈਂਦਾ ਹੈ, ਇਹ ਪੁਰਾਤਨ ਪੱਤਣ ਆ, ਦਰਿਆ ਸਤਲੁਜ ਨੂੰ ਬੇੜੀ ਲੱਗਦੀ ਸੀ। ਉਹ ਗਰੀਬ ਮਲਾਹ ਸੀ ਬਜ਼ੁਰਗ ਬਾਬਾ ਕੁੰਮਾ ਮਾਸ਼ਕੀ, ਜਿਸ ਦਾ ਨਾਮ ਇਤਿਹਾਸ ਵਿੱਚ ਜ਼ਿਕਰ ਆਇਆ ਬਾਬਾ ਦੂਨਾ ਸਿੰਘ ਹੰਡੂਰੀਆ। 1764 ਵਿੱਚ ਉਹਨਾਂ ਨੇ ਇੱਕ ਪੁਸਤਕ ਲਿਖੀ ਸੀ ਕਥਾ ਗੁਰੂ ਜੀ ਕੇ ਸੁਤਨ ਕੀ, ਜਿਨ੍ਹਾਂ ਨੂੰ ਇਤਿਹਾਸਕ ਤੱਥਾਂ ਨੂੰ ਆਧਾਰ ਬਣਾ ਕੇ ਇਹ ਇਤਿਹਾਸ ਸੰਗਤਾਂ ਸਾਹਮਣੇ ਤਕਰੀਬਨ 2004 ਦੇ ਵਿੱਚ ਸਾਹਮਣੇ ਆਇਆ। ਸੋ ਜਦੋਂ ਮਾਤਾ ਜੀ ਅਤੇ ਸਾਹਿਬਜ਼ਾਦੇ ਇੱਥੇ ਪਹੁੰਚਦੇ ਆ
ਤਾਂ ਬਾਬਾ ਕੁੰਮਾ ਮਾਸ਼ਕੀ ਜੀ ਨੂੰ ਮਿਲਦੇ ਆ। ਉਹ ਜਾਣਕਾਰ ਸੀ ਕਿਉਂਕਿ ਸਿੰਘ ਆਰ ਪਾਰ ਹੁੰਦੇ ਸੀ ਬੇੜੀ ਤੋਂ ਆਪਣਾ ਉਹਨਾਂ ਦਾ ਸਾਧਨ ਇਹੀ ਸੀ। ਜਦੋਂ ਉਸ ਟਾਈਮ ਬੱਸ ਸਟੈਂਡ ਜਾਂ ਕੋਈ ਰੇਲ ਗੱਡੀਆਂ ਦੇ ਸਾਧਨ ਕੋਈ ਨਹੀਂ ਸੀ, ਇਸ ਤਰ੍ਹਾਂ ਬੇੜੀਆਂ ਤੋਂ ਪਾਰ ਹੁੰਦੇ ਸੀ ਦਰਿਆ ਤੋਂ, ਸਤਲੁਜ ਤੋਂ। ਸੋ ਉਹ ਜਾਣਦਾ ਸੀ ਕਿ ਅਨੰਦਪੁਰ ਸਾਹਿਬ ਵਾਲੇ ਗੁਰੂ ਨੂੰ ਮੈਂ ਜਾਣਦਾ ਹਾਂ। ਜਦੋਂ ਮਾਤਾ ਜੀ ਨੇ ਦੱਸਿਆ ਕਿ ਇਹ ਬੱਚੇ ਉਹਨਾਂ ਦੇ ਆ ਤੇ ਮੈਂ ਉਹਨਾਂ ਦੀ ਮਾਤਾ, ਸਾਰੀ ਸਥਿਤੀ ਗੱਲਬਾਤ ਹੋਈ ਤਾਂ ਬੜਾ ਉਹਦੇ ਮਨ ਨੂੰ, ਕਿਉਂਕਿ ਬਾਬਾ ਕੁੰਮਾ ਮਾਸ਼ਕੀ ਜੀ ਇੱਕ ਹਿੰਦੂ ਤੋਂ ਜ਼ਾਲਮਾਂ ਨੇ ਮੁਸਲਮਾਨ ਬਣਾਇਆ ਹੋਇਆ ਸੀ। ਉਸ ਦਾ ਨਾਮ ਪਹਿਲਾਂ ਬਾਬਾ ਕੁੰਮਾ ਸੀ, ਉਸ ਤੋਂ ਬਾਅਦ ਉਸ ਦਾ ਨਾਮ ਇਤਿਹਾਸ ਵਿੱਚ ਕਰੀਮ ਬਖਸ਼ ਮਾਸ਼ੀ ਵੀ ਆਉਂਦਾ ਹੈ। ਤਾਂ ਇੱਥੇ ਇੱਕ ਰਾਤ ਉਹਨਾਂ ਨੇ ਫਿਰ ਬਾਬਾ ਕੁੰਮਾ ਮਾਸ਼ਕੀ ਜੀ ਕੋਲ ਰਹੇ। ਉਹ ਜਦੋਂ ਰਾਤ ਇੱਥੇ ਮਾਤਾ ਜੀ ਤੇ ਸਾਹਿਬਜ਼ਾਦੇ ਆਏ ਤਾਂ ਖਾਣ ਪੀਣ ਦਾ ਪ੍ਰਬੰਧ ਜਿਹੜਾ ਇੱਥੇ ਕੀਤਾ ਗਿਆ ਰਾਤ ਨੂੰ, ਉਹ ਕਿਸ ਤਰ੍ਹਾਂ ਬਾਬਾ ਕੁੰਮਾ ਮਾਸ਼ਕੀ ਜੀ ਨੇ ਖੁਦ ਆਪਣੇ ਕੋਲੋਂ ਕੀਤਾ ਜਾਂ ਕਿੱਥੋਂ ਆਸ-ਪਾਸ ਤੋਂ ਕੀਤਾ? ਜਦੋਂ ਬਾਬਾ ਕੁੰਮਾ ਮਾਸ਼ਕੀ ਜੀ ਇੱਥੇ ਰਹਿੰਦੇ ਸੀ ਤਾਂ ਇੱਕ ਨੇੜੇ ਨਗਰ ਵਿੱਚ ਇਤਿਹਾਸਕ ਜ਼ਿਕਰ ਹੈ ਕਿ ਮਾਈ ਲక్ష్ਮੀ ਬ੍ਰਹਮਣੀ ਸੀ, ਵਿਧਵਾ ਬ੍ਰਹਮਣੀ, ਆਏ ਗਏ ਰਾਹਗੀਰ ਦੀ ਸੇਵਾ ਕਰਦੀ ਸੀ, ਬਹੁਤ ਧਰਮਾਤਮਾ ਮਾਤਾ ਸੀ। ਤਾਂ ਉਸ ਦੇ ਨਾਲ ਜੋ ਬਾਬਾ ਕੁੰਮਾ ਮਾਸ਼ਕੀ ਜੀ ਦੀ ਸਾਂਝ ਸੀ, ਰੂਹਾਨੀਅਤ ਵਾਲੀ ਸੀ, ਬਹੁਤ ਧਰਮਾਤਮਾ ਸੀ, ਪਰਮਾਤਮਾ ਦਾ ਨਾਮ ਜਪਣ ਵਾਲੀ ਮਾਈ ਸੀ। ਸ਼ਾਮ ਟਾਈਮ ਜਦੋਂ ਉਸ ਨੂੰ ਪਤਾ ਲੱਗਾ ਮਾਤਾ ਜੀ ਤੋਂ, ਦਾਦੀ ਮਾਂ ਤੋਂ, ਕਿ ਇਹ ਇਸ ਤਰ੍ਹਾਂ ਵਿਛੋੜਾ, ਪਰਿਵਾਰ ਵਿਛੋੜਾ ਹੋ ਚੁੱਕਾ ਹੈ, ਤਾਂ ਉਹ ਵਾਹੋ ਤਾਹੀ ਗਿਆ ਮਾਈ ਲక్ష్ਮੀ ਜੀ ਕੋਲ। ਨੇੜੇ ਨਗਰ ਵਿੱਚ ਵੱਸਦੀ ਸੀ ਤਾਂ ਪ੍ਰਸ਼ਾਦਾ ਤਿਆਰ ਕਰਕੇ ਲਿਆਏ ਤੇ ਮਾਈ ਲక్ష్ਮੀ ਜੀ ਨੇ ਕਿਹਾ ਕਿ ਤੁਸੀਂ ਪ੍ਰਸ਼ਾਦਾ ਤਿਆਰ ਕਰਕੇ ਲੈ ਜਾਓ, ਸਵੇਰੇ ਮੈਂ ਆਪ ਖੁਦ ਤਿਆਰ ਕਰਕੇ ਲੈ ਕੇ ਜਾਊਂਗੀ। ਤਾਂ ਉਹ ਫਿਰ ਰਾਤ ਨੂੰ ਉਸਨੇ ਬਾਬਾ ਕੁੰਮਾ ਮਾਸ਼ਕੀ ਜੀ ਨੇ ਜੋ ਵੀ ਸਰਦਾ ਬਣਿਆ ਇੱਥੇ ਇਸ ਅਸਥਾਨ 'ਤੇ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦੇ ਲੰਗਰ ਦੀ ਸੇਵਾ ਕੀਤੀ। ਅਤੇ ਦੂਸਰੇ ਦਿਨ ਫਿਰ ਮਾਈ ਲక్ష్ਮੀ ਆਪ ਖੁਦ ਸਵੇਰ ਟਾਈਮ ਉਹਨਾਂ ਨੂੰ ਸੇਵਾ ਕੀਤੀ, ਉਹਨਾਂ ਨੇ ਪ੍ਰਸ਼ਾਦੇ ਦੀ ਇਸ ਅਸਥਾਨ 'ਤੇ। ਉਸ ਤੋਂ ਬਾਅਦ ਦੇ ਵਿੱਚ ਬਾਬਾ ਕੁੰਮਾ ਮਾਸ਼ਕੀ ਜੀ ਜਿਹੜੇ ਆ ਉਹਨਾਂ ਨੇ ਫਿਰ ਇਹ ਵੀ ਲੱਭਣ ਦੀ ਕੋਸ਼ਿਸ਼ ਕੀਤੀ ਕਿ ਪਰਿਵਾਰ ਵਿਛੜ ਚੁੱਕਾ ਆ, ਕੋਈ ਸਿੰਘ ਮਿਲ ਜਾਵੇ ਜਾਂ ਕੋਈ ਪਰਿਵਾਰ ਦਾ ਹੋਰ ਮੈਂਬਰ ਮਿਲ ਜਾਵੇ ਤਾਂ ਮਾਤਾ ਜੀ ਤੇ ਸਾਹਿਬਜ਼ਾਦੇ ਜਿਹੜੇ ਆ ਉਹਨਾਂ ਦੇ ਨਾਲ ਚਲੇ ਜਾਣ, ਜਾਂ ਕੋਈ ਸਿੰਘ ਮਿਲ ਜਾਵੇ ਤਾਂ ਉਹ ਨਾਲ ਲੈ ਜਾਵੇ ਤਾਂ ਜੋ ਇਹ ਮਹਿਫੂਜ਼ ਹੋ ਜਾਣ। ਹਾਂਜੀ ਬਿਲਕੁਲ। ਉਸਨੇ ਫਿਰ ਦੂਸਰੇ ਦਿਨ ਜਦੋਂ 8 ਪੋਹ ਦਾ ਦਿਨ ਚੜ੍ਹਿਆ, ਸਵੇਰੇ ਆਲੇ ਦੁਆਲੇ ਉਸਨੇ ਦੇਖਿਆ, ਆਪਣਾ ਕਨਸੋਆਂ ਲਿੱਤੀਆਂ ਕਿ ਨੇੜੇ ਤੇੜੇ ਕਿਤੇ ਮੁਗਲ ਸਿਪਾਹੀ ਨਾ ਹੋਣ, ਕਿਉਂਕਿ ਉਹ ਸਮਾਂ ਐਸਾ ਸੀ, 4 ਚੁਫੇਰੇ, ਇੱਕ ਮਤਲਬ ਡਰ ਦਾ ਮਾਹੌਲ ਸੀ, ਜਿਵੇਂ ਕਿਸੇ ਬਾਗੀ ਨੂੰ ਲੱਭਦੇ ਫਿਰਦੇ ਮੁਗਲ ਸਿਪਾਹੀ, ਇਸ ਤਰ੍ਹਾਂ ਗੁਰੂ ਪਰਿਵਾਰ ਨੂੰ ਲੱਭਦੇ ਫਿਰਦੇ ਸੀ। ਤਾਂ ਬਾਬਾ ਕੁੰਮਾ ਮਾਸ਼ਕੀ ਆਲੇ ਦੁਆਲੇ ਦੇਖਿਆ ਉਹਨੇ, ਸਥਿਤੀ ਕੀ ਆ, ਘੁੰਮ ਫਿਰ ਕੇ ਫਿਰ ਉਸ ਸਮੇਂ ਇੱਥੇ ਬਾਬਾ ਕੁੰਮਾ ਮਾਸ਼ਕੀ ਨੂੰ ਗੰਗੂ ਬ੍ਰਾਹਮਣ ਮਿਲਿਆ ਤੇ ਬਾਬਾ ਗੰਗੂ ਬ੍ਰਾਹਮਣ ਦੇ ਨਾਲ ਬਾਬਾ ਕੁੰਮਾ ਮਾਸ਼ਕੀ ਦੇ ਆਪਸ ਵਿੱਚ ਹੀ ਬਚਨ ਵਿਲਾਸ ਹੋਏ। ਇਹ ਇਤਿਹਾਸਕ ਜ਼ਿਕਰ ਹੈ। ਆਪਣਾ ਦੂਨਾ ਸਿੰਘ ਹੰਡੂਰੀਆ ਆਪਣੀ ਇਹਦੇ ਵਿੱਚ ਪੁਸਤਕ ਵਿੱਚ ਲਿਖਦੇ ਨੇ ਕਿ ਕਿਵੇਂ ਗੰਗੂ ਬ੍ਰਾਹਮਣ ਨੇ ਉਸ ਦੇ ਨਾਲ ਵਾਰਤਾਲਾਪ ਕੀਤਾ। ਸਾਰਾ ਇਤਿਹਾਸਕ ਜ਼ਿਕਰ ਹੈ। ਭਾਈ ਸੁਰਿੰਦਰ ਸਿੰਘ ਖਾਲਸਾ ਜੀ ਨੇ ਪੋਹ ਦੀਆਂ ਰਾਤਾਂ ਵਿੱਚ ਇਹ ਸਾਰਾ ਜ਼ਿਕਰ ਲਿਖਿਆ ਹੈ। ਤੇ ਉਹ ਫਿਰ ਜਦੋਂ ਉਹਨਾਂ ਨੂੰ ਪਛਾਣ ਹੋ ਗਈ, ਐਨ ਪੂਰਾ ਤਸੱਲੀ ਨਾਲ ਬਾਬਾ ਕੁੰਮਾ ਜੀ ਨੂੰ ਪਤਾ ਲੱਗ ਗਿਆ। ਦੱਸਿਆ ਗੰਗੂ ਨੇ ਆਪਣੇ ਬਾਰੇ ਕਿ ਮੈਂ ਕੌਣ ਹਾਂ ਤੇ ਕਿਸ ਤਰ੍ਹਾਂ ਦੇ ਨਾਲ ਮਾਤਾ ਜੀ ਨੂੰ ਜਾਣਦਾ। ਹਾਂ, ਜਦੋਂ ਬਾਬਾ ਕੁੰਮਾ ਮਾਸ਼ਕੀ ਜੀ ਨੇ ਪੁੱਛਿਆ ਕਿ ਤੂੰ ਕੌਣ ਹੈ ਤਾਂ ਉਹ ਕਹਿਣ ਲੱਗਾ ਗੰਗੂ ਮੇਰਾ ਨਾਮ ਹੈ। ਗੰਗੂ ਦਾ ਜ਼ਿਕਰ ਨਹੀਂ ਪਰ ਇਤਿਹਾਸਕ ਜ਼ਿਕਰ ਹੈ ਧੁੰਮਾਂ ਤੇ ਦਰਬਾਰੀ ਦਾ, ਕਿ ਅਸੀਂ ਮਸੰਦ ਦਾ ਸਹੇੜੀ ਦੇ ਰਹਿਣ ਵਾਲੇ ਆ ਤੇ ਆਪਣਾ ਅਨੰਦਪੁਰ ਸਾਹਿਬ ਵਿੱਚ ਮਾਤਾ ਜੀ ਦੇ ਆਪਾਂ ਨੇੜੇ ਹੀ ਵਸਦੇ ਰਹੇ ਆ, ਸਾਡਾ ਪਰਿਵਾਰ ਨੇੜੇ ਹੀ ਵਸਦਾ ਰਿਹਾ। ਤਾਂ ਵੀ ਮੈਂ ਜਾਣਦਾ ਮਾਤਾ ਜੀ ਨੂੰ, ਦਾਦੀ ਮਾਂ ਨੂੰ ਤੇ ਸਾਹਿਬਜ਼ਾਦਿਆਂ ਨੂੰ ਮੈਂ ਜਾਣਕਾਰ ਆ ਤੇ ਮੈਂ ਉਹਨਾਂ ਨੂੰ ਲੱਭਦਾ ਫਿਰਦਾ। ਤਾਂ ਉਹ ਫਿਰ ਜਦੋਂ ਐਂ ਪੂਰੀ ਤਸੱਲੀ ਹੋ ਗਈ, ਫਿਰ ਬਾਬਾ ਕੁੰਮਾ ਮਾਸ਼ਕੀ ਦੇ ਮਨ ਵਿੱਚ ਥੋੜ੍ਹਾ ਖੁਸ਼ੀ ਮਹਿਸੂਸ ਹੋਈ ਵੀ ਚਲੋ ਕੋਈ ਜਾਣਕਾਰ ਮਿਲਿਆ ਤੇ ਇਹ ਪਰਿਵਾਰ ਦਾ ਹੁਣ ਮਿਲਾਪ ਹੋ ਜਾਵੇਗਾ। ਉਹ ਫਿਰ ਆਪਣੇ ਘਰ ਇੱਥੇ ਛੰਨ ਦੇ ਵਿੱਚ ਉਹਨਾਂ ਨੂੰ ਇਸ ਸਥਾਨ 'ਤੇ ਲੈ ਕੇ ਆਇਆ। ਦਾਦੀ ਮਾਂ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ। ਬਾਬਾ ਗੰਗੂ ਬ੍ਰਾਹਮਣ ਨੇ ਫਿਰ ਮੱਥਾ ਟੇਕਿਆ ਮਾਤਾ ਜੀ ਨੂੰ ਤੇ ਮੱਥਾ ਟੇਕ ਕੇ ਹੌਸਲਾ ਵੀ ਦਿੱਤਾ ਕਿ ਮਾਤਾ ਜੀ ਜੋ ਕੁਛ ਹੋਇਆ, ਚਲੋ ਜੋ ਪ੍ਰਮਾਤਮਾ ਨੂੰ ਭਾਉਂਦਾ ਸੀ ਉਹ ਹੋ ਗਿਆ। ਹੁਣ ਮੇਰਾ ਪਿੰਡ ਇੱਥੇ ਨੇੜੇ ਆ, ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਚੱਲਾਂਗਾ, ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਆਪਣਾ ਗੁਰੂ ਜੀ ਨਾਲ ਇਹਨਾਂ ਦਾ ਮਿਲਾਪ ਕਰਾ ਦੇਵਾਂ। ਬਿਲਕੁਲ, ਬੜੇ ਹੀ ਉਸ ਇਤਿਹਾਸ ਤੇ ਉਹਨਾਂ ਪੰਨਿਆਂ ਦੇ ਵਿੱਚੋਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਕਰ ਰਹੇ ਨੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਜਿਹੜੇ ਕਿ ਇੱਥੇ ਛੰਨ ਬਾਬਾ ਕੁੰਮਾ ਮਾਸ਼ਕੀ ਜਿਹੜਾ ਗੁਰਦੁਆਰਾ ਸਾਹਿਬ ਆ, ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ, ਉੱਥੋਂ ਦੀ ਜਿਹੜੀ ਕਮੇਟੀ ਕੰਮ ਕਰਦੀ ਆ, ਉਸ ਦੇ ਵਿੱਚ ਮੈਂਬਰ ਨੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ। ਤੇ ਉਹ ਦੱਸ ਰਹੇ ਸਨ ਕਿ ਕਿਸ ਤਰ੍ਹਾਂ ਦੇ ਨਾਲ ਗੰਗੂ ਬ੍ਰਾਹਮਣ ਇੱਥੇ ਆਇਆ, ਮਾਤਾ ਜੀ ਨੂੰ ਮਿਲਿਆ, ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਸ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਕੀਤੀ। ਤਾਂ ਫਿਰ ਭਾਈ ਸਾਹਿਬ ਜੀ ਜਦੋਂ ਮਾਤਾ ਜੀ ਇੱਥੋਂ ਗੰਗੂ ਦੇ ਨਾਲ ਜਾਣ ਲੱਗੇ ਤਾਂ ਉਸ ਤੋਂ ਪਹਿਲਾਂ ਜਿਹੜੇ ਮਾਤਾ ਜੀ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਸੀ ਤੇ ਜਿਹੜੇ ਛੰਨ ਦੇ ਵਿੱਚ ਰਹੇ ਸੀਗੇ ਬਾਬਾ ਕੁੰਮਾ ਮਾਸ਼ਕੀ ਜੀ ਦੇ ਕੋਲ, ਉਹਨਾਂ ਦੇ ਨਾਲ ਜਾਣ ਲੱਗਿਆਂ ਕੀ ਬਚਨ ਬਿਲਾਸ ਕੀਤੇ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਗਏ?
ਜਦੋਂ 8 ਪੋਹ ਦਾ ਦਿਨ ਚੜ੍ਹਿਆ, ਸਵੇਰੇ ਤਕਰੀਬਨ 8-9 ਵਜੇ ਮਾਈ ਲక్ష్ਮੀ ਜੀ, ਕਿ ਕੋਈ ਰਾਤ ਦਾ ਪਤਾ ਸੀ ਕਿ ਮਾਤਾ ਜੀ ਇੱਥੇ ਠਹਿਰੇ ਨੇ, ਦਾਦੀ ਮਾਂ ਤੇ ਸਾਹਿਬਜ਼ਾਦੇ, ਆਪ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਲਿਆਈ, ਉਹਨਾਂ ਨੇ ਸੇਵਾ ਕੀਤੀ। ਦੋਹੇ ਧਰਮੀ ਆਤਮਾ ਮਾਤਾ ਮਾਈ ਲక్ష్ਮੀ ਜੀ ਤੇ ਬਾਬਾ ਕੁੰਮਾ ਮਾਸ਼ਕੀ ਜੀ, ਸਦਾ ਹੀ ਪੰਥ ਉਹਨਾਂ ਦਾ ਰਿਣੀ ਰਹੇਗਾ। ਇਹ ਇਤਿਹਾਸ ਬਹੁਤ ਦੇਰ ਬਾਅਦ, ਤਕਰੀਬਨ 310-12 ਸਾਲ ਬਾਅਦ ਇਹ ਸੰਗਤਾਂ ਦੇ ਸਾਹਮਣੇ ਆਇਆ, ਕਿਉਂਕਿ ਅੱਜ ਤੱਕ ਅਸੀਂ ਵੀ ਸੁਣਦੇ ਰਹੇ ਹਾਂ ਕਿ ਇਸ ਸਰਸਾ ਨਦੀ ਤੋਂ ਜੋ ਇਤਿਹਾਸਕਾਰ ਕਥਾਵਾਚਕ ਰਾਗੀ ਢਾਡੀ ਆਪਾਂ ਨੂੰ ਸੁਣਾਉਂਦੇ ਰਹੇ ਆ ਕਿ ਗੰਗੂ ਬ੍ਰਾਹਮਣ ਸਰਸਾ ਨਦੀ ਤੋਂ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਆਪਣੇ ਘਰ ਲੈ ਗਿਆ। ਪਰ ਜੋ ਇਹ ਅਸਥਾਨ ਹੈ, ਇਹ ਇਤਿਹਾਸ ਦੇ ਪੰਨਿਆਂ ਤੇ ਲੁਕਿਆ ਹੋਇਆ ਸੀ। ਭਾਈ ਸੁਰਿੰਦਰ ਸਿੰਘ ਖਾਲਸਾ ਦੀ ਇਹ ਦੇਣ ਹੈ ਪੰਥ ਨੂੰ, ਧੰਨਵਾਦ ਹੈ ਉਹਨਾਂ ਦਾ ਕਿ ਉਹਨਾਂ ਨੇ ਇਹ ਇਤਿਹਾਸ ਸੰਗਤਾਂ ਦੇ ਸਾਹਮਣੇ ਲਿਆਂਦਾ। ਤੇ ਦੂਸਰੇ ਦਿਨ ਜਦੋਂ 8 ਪੋਹ ਨੂੰ ਪ੍ਰਸ਼ਾਦਾ ਲੈ ਕੇ ਮਾਈ ਲక్ష్ਮੀ ਜੀ ਨੂੰ ਪ੍ਰਸ਼ਾਦਾ ਛਕਾਇਆ, ਦਾਦੀ ਮਾਂ ਤੇ ਸਾਹਿਬਜ਼ਾਦਿਆਂ ਨੂੰ। ਦੂਜੇ ਦਿਨ ਤੁਰੰਤ ਸਮੇਂ ਦਾਦੀ ਮਾਂ ਨੇ ਮਾਈ ਲక్ష్ਮੀ ਜੀ ਨੂੰ ਤੇ ਬਾਬਾ ਕੁੰਮਾ ਮਾਸ਼ਕੀ ਜੀ ਨੂੰ ਬਖਸ਼ਿਸ਼ ਦੇ ਤੌਰ ਤੇ, ਬਾਈ ਦੂਨਾ ਸਿੰਘ ਜੀ ਲਿਖਦੇ ਨੇ ਕਿ ਦੋਏ ਮੋਹਰ ਕੀ ਆਰਸੀ, 5 ਚੂੜੀਆਂ ਸਾਥ, ਤਿਸੀ ਹੀ ਬ੍ਰਹਮਣੀ ਕੋ ਦਈ, ਜੋ ਪ੍ਰਸ਼ਾਦ ਵਹ ਖਾਤ। ਵੀ ਜਿਸ ਨੇ ਪ੍ਰਸ਼ਾਦੇ ਛਕਾਉਣ ਦੀ ਸੇਵਾ ਕੀਤੀ, ਉਸ ਨੂੰ 2 ਸੋਨੇ ਦੀਆਂ ਮੋਹਰਾਂ ਦੇ ਮੁੱਲ ਦੀ ਆਰਸੀ, ਜੋ ਕਿ ਉਂਗਲੀ ਵਿੱਚ ਪਾਉਣ ਵਾਲਾ ਸ਼ੀਸ਼ੇ ਜਿਹੜਾ ਗਹਿਣਾ ਹੁੰਦਾ, ਤੇ 5 ਰੁਪਏ ਆਪਣਾ ਸੋਨੇ ਦੇ ਉਹਨੂੰ ਭੇਟ ਕੀਤੇ ਬਖਸ਼ਿਸ਼ ਵਜੋਂ, ਜੋ ਕਿ ਮਾਈ ਲక్ష్ਮੀ ਜੀ ਨੇ ਲੈ ਲਏ ਮੱਥਾ ਟੇਕ ਕੇ, ਤੇ 5 ਰੁਪਏ ਸੋਨੇ ਦੇ ਬਾਬਾ ਕੁੰਮਾ ਮਾਸ਼ਕੀ ਨੂੰ ਬਖਸ਼ਿਸ਼ ਦੇ ਤੌਰ ਤੇ ਦਿੱਤੇ। ਗੰਗੂ ਬ੍ਰਾਹਮਣ ਨੇ ਦੇਖ ਰਿਹਾ ਸੀ, ਉਸ ਸਮੇਂ ਉਸ ਦਾ ਮਨ ਫਿਰ ਬੇਈਮਾਨ ਹੋਇਆ ਕਿ ਮਾਤਾ ਜੀ ਕੋਲ ਮਾਇਆ ਹੈ ਤੇ ਮੈਂ ਇਹ ਜੇ ਪ੍ਰਾਪਤ ਮੈਨੂੰ ਮਿਲ ਜਾਵੇ, ਕਿਉਂਕਿ ਲਾਲਚੀ ਬਿਰਤੀ ਵਾਲਾ ਸੀ, ਕੋਈ ਮਤਲਬ ਸਥਿਰਤਾ ਵਾਲਾ ਮਨ ਨਹੀਂ ਸੀ ਗੰਗੂ ਬ੍ਰਾਹਮਣ ਦਾ। ਜਦੋਂ ਆਪਾਂ ਇਤਿਹਾਸ ਵਿੱਚ ਇਤਿਹਾਸਕ ਜ਼ਿਕਰ ਪੜ੍ਹਦੇ ਹਾਂ ਕਿ ਕੀ ਵਰਤਾਰੇ ਅੱਗੇ ਵਰਤਦੇ ਆ, ਸਾਰਾ ਸੰਸਾਰ ਜਾਣਦਾ। ਪਰ ਇੱਥੋਂ ਫਿਰ 8 ਪੋਹ ਨੂੰ ਸਵੇਰੇ ਬਾਬਾ ਕੁੰਮਾ ਮਾਸ਼ਕੀ ਦੀ ਛੰਨ ਵਿੱਚੋਂ ਉਹ ਵਿਦਾ ਹੋਏ। ਬਾਬਾ ਕੁੰਮਾ ਮਾਸ਼ਕੀ ਜੀ ਬੇੜੀ ਦੇ ਵਿੱਚ ਬੈਠ ਕੇ ਮਾਈ ਲక్ష్ਮੀ ਜੀ, ਬਾਬਾ ਦੋਨੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ, ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਇੱਕ ਖੱਚਰ ਸਮੇਤ ਉਹ ਇੱਥੋਂ ਫਿਰ ਦਰਿਆ ਸਤਲੁਜ ਦੇ ਵਿੱਚ ਬੇੜੀ ਪਾ ਕੇ ਪਿੰਡ ਚੱਕ ਢੇਰਾ, ਇੱਥੋਂ 2 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਪਿਲਕਣ ਸਾਹਿਬ ਅੱਜ ਦੀ ਮੌਜੂਦ ਹੈ, ਜਿਹਦੇ ਨਾਲ ਆਪਣਾ ਮਲਾਹ ਬੇੜੀ ਬੰਨਿਆ ਕਰਦੇ ਸੀ। ਉੱਥੇ ਬੜਾ ਆਲੀਸ਼ਾਨ ਗੁਰਦੁਆਰਾ 125 ਫੁੱਟ ਨਿਸ਼ਾਨ ਸਾਹਿਬ ਝੂਲਦਾ, ਉੱਥੋਂ ਵੀ ਸੰਗਤਾਂ ਦਰਸ਼ਨ ਕਰਦੀਆਂ ਗੁਰਦੁਆਰਾ ਪਿਲਕਣ ਸਾਹਿਬ ਦੇ। ਤੋਂ ਇਸੇ ਅਸਥਾਨ ਦੇ ਨਾਲ ਸੰਬੰਧਿਤ ਹੈ, ਤਾਂ ਉੱਥੇ ਫਿਰ ਉਤਾਰਾ ਕਰਦੇ। ਉੱਥੋਂ ਫਿਰ ਗੰਗੂ ਬ੍ਰਾਹਮਣ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਆਪਣੇ ਨਾਲ ਅੱਗੇ ਲੈ ਕੇ ਜਾਂਦਾ ਹੈ। ਬਿਲਕੁਲ ਸਮੁੱਚੇ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ। ਜਦੋਂ ਇੱਥੋਂ ਲੈ ਕੇ ਤੇ ਗੰਗੂ ਬ੍ਰਾਹਮਣ ਦੇ ਨਾਲ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਜਾਂਦੇ ਆ, ਤਾਂ ਗੰਗੂ ਉਹਨਾਂ ਨੂੰ ਆਪਣੇ ਪਿੰਡ ਸਹੇੜੀ ਲੈ ਜਾਂਦਾ ਆ। ਸੋ ਉਸ ਚੀਜ਼ ਦਾ ਜ਼ਿਕਰ ਅਸੀਂ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ। ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਜ਼ਿਕਰ ਕੀਤਾ ਆ ਇੱਥੋਂ ਦਾ ਜੋ ਕੁਝ ਇੱਥੋਂ ਦਾ ਇਤਿਹਾਸ ਸੀਗਾ, ਕਿਸ ਤਰ੍ਹਾਂ ਦੇ ਨਾਲ ਇਸ ਗੁਰਦੁਆਰਾ ਸਾਹਿਬ ਜਿਹੜਾ ਆ ਉਸ ਦੀ ਜਿਹੜੀ ਖੋਜ ਆ ਉਹ ਹੋਈ, ਤੇ ਇੱਥੇ ਕਮੇਟੀ ਜਿਹੜੀ ਆ ਹੁਣ ਕੰਮ ਕਰਦੀ ਆ, ਉਸ ਦੀ ਵੀ ਜਾਣਕਾਰੀ ਜਿਹੜੀ ਉਹ ਭਾਈ ਸਾਹਿਬ ਤੋਂ ਲੈ ਲੈਂਦੇ ਆ। ਭਾਈ ਸਾਹਿਬ ਜੀ, ਇੱਥੇ ਹੁਣ ਜਿਹੜਾ ਪ੍ਰਬੰਧ ਆ ਗੁਰਦੁਆਰਾ ਸਾਹਿਬ ਦਾ, ਇਮਾਰਤ ਜਿਹੜੀ ਬਣਾਈ ਗਈ ਆ ਤੇ ਹੋਰ ਵੀ ਕਰਿਆ ਵਾ, ਕਿਸ ਤਰ੍ਹਾਂ ਦੇ ਨਾਲ ਇਹ ਕੰਮ ਜਿਹੜਾ ਕੀਤਾ ਜਾਂਦਾ, ਕਿੰਨੇ ਮੈਂਬਰੀ ਕਮੇਟੀ ਜਿਹੜੀ ਬਣੀ ਆ ਤੇ ਕਿੱਥੋਂ ਨੇ ਮੈਂਬਰ ਸਾਰੇ? ਇਹ ਜੋ ਗੁਰਦੁਆਰਾ ਇਹ ਅਸਥਾਨ ਤਕਰੀਬਨ 2004 ਦੇ ਵਿੱਚ ਹੋਂਦ ਵਿੱਚ ਆਇਆ। 2007 ਦੇ ਵਿੱਚ ਪਹਿਲਾ ਸਮਾਗਮ ਇੱਥੇ ਮਨਾਇਆ ਗਿਆ ਸਮੂਹ ਸੰਗਤਾਂ ਦੇ ਸਹਿਯੋਗ ਨਾਲ। ਇੱਥੋਂ ਦਾ ਜੋ ਪ੍ਰਬੰਧ ਹੈ, 7 ਪਿੰਡਾਂ ਦੀ ਲੋਕਲ ਕਮੇਟੀ ਹੈ, ਇੱਕ ਮੈਂਬਰ ਲੈ ਕੇ ਆਪਣਾ ਕਿਰਤੀ ਬਿਰਤੀ ਸਾਰੇ ਗੁਰਸਿੱਖ ਆਪਣੇ ਪਰਿਵਾਰਾਂ ਵਿੱਚ ਵਧੀਆ ਗੁਜ਼ਾਰਾ ਕਰਦੇ ਆ ਤੇ ਸਮੇਂ 'ਚੋਂ ਸਮਾਂ ਕੱਢ ਕੇ ਇੱਥੇ ਆ ਕੇ ਸੇਵਾ ਕਰਦੇ। ਇੱਕ ਪ੍ਰਬੰਧਕ ਕਮੇਟੀ ਰਜਿਸਟਰਡ ਕਰਾਈ ਹੋਈ ਹੈ, ਲੋਕਲ ਕਮੇਟੀ ਆਪਾਂ ਕਹਿ ਸਕਦੇ ਹਾਂ, ਤੇ ਸਾਰੇ ਹੀ ਸੇਵਾਦਾਰਾਂ ਦੀ ਆਪਣਾ ਸੰਗਤਾਂ ਦੇ ਨਾਲ ਮਿਲ ਕੇ ਇਸ ਦਾ ਪ੍ਰਬੰਧ ਸਾਰਾ ਰਜਿਸਟਰਡ ਕਮੇਟੀ ਕਰਦੀ ਹੈ ਸੰਗਤਾਂ ਦੇ ਨਾਲ ਮਿਲ ਕੇ। ਸੋ ਜੋ ਇਸ ਦੀ ਅਗਰਾਹੀ ਹੈ ਉਹ ਕਿਸੇ ਦੇਸ਼ ਵਿਦੇਸ਼ ਦੇ ਵਿੱਚ ਆਪਾਂ ਕੋਈ ਨੀਅਤ ਨਹੀਂ ਬੰਦਾ ਕੀਤਾ, ਜਿਹੜਾ ਵੀ ਕਿਸੇ ਨੇ ਸੇਵਾ ਕਰਨੀ ਇੱਥੇ ਕਮੇਟੀ ਨਾਲ ਆਪਣਾ ਮਿਲ ਕੇ ਆ ਕੇ ਕਰ ਸਕਦਾ। ਜੇ ਸਾਰਾ ਜੋ ਪ੍ਰਬੰਧ ਹੈ ਸਾਰਾ ਇਹੀ ਸੰਗਤਾਂ ਦੇ ਨਾਲ ਮਿਲ ਕੇ, ਸੰਗਤਾਂ ਦੇ ਸਹਿਯੋਗ ਨਾਲ, ਕਿਉਂਕਿ ਜਿਹੜਾ ਪ੍ਰਬੰਧ ਸੰਗਤਾਂ ਆਪ ਖੁਦ ਕਰਦੀਆਂ ਉਹ ਬਹੁਤ ਵਧੀਆ ਚੱਲਦਾ। ਜੇ ਆਪਾਂ ਕਿਸੇ ਸ਼ਖਸ ਦੇ ਆਪਣਾ ਅਧੀਨ ਕਰ ਦਈਏ ਤਾਂ ਉਹ ਕਈ ਵਾਰ ਆਪਣੀ ਮਰਜ਼ੀ ਕਰ ਜਾਂਦਾ ਹੈ। ਬਿਲਕੁਲ ਜੀ, ਇਹਨਾਂ ਨੇ ਦੱਸਿਆ ਕਿ ਇੱਥੋਂ ਦੀ ਕਮੇਟੀ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਆ, ਤੇ ਹੁਣ ਵੀ ਗੁਰਦੁਆਰਾ ਸਾਹਿਬ ਜਿਹੜਾ ਆ ਉਸ ਦਾ ਪ੍ਰਬੰਧ ਜਿਹੜਾ ਆ ਉਹ ਕਮੇਟੀ ਦੁਆਰਾ ਹੀ ਕੀਤਾ ਜਾ ਰਿਹਾ। ਸੋ ਅਗਲੇ ਐਪੀਸੋਡ ਦੇ ਵਿੱਚ ਪਿੰਡ ਸਹੇੜੀ ਵਿਖੇ ਜਦ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਪਹੁੰਚਦੇ ਆ ਤਾਂ ਉੱਥੇ ਦਾ ਜੋ ਇਤਿਹਾਸ ਆ ਉਸ ਦੀ ਜਾਣਕਾਰੀ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ ਦਾਂਗੇ। ਸੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਇੰਨਾ ਹੀ, ਤੇ ਇੱਥੇ ਬੁਲਾਉਂਦੇ ਆ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰ ਜਾਂਦੇ ਗੁਰਾਂ ਦੇ ਲਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ, ਤੁਰ ਜਾਂਦੇ ਗੁਰਾਂ ਦੇ ਲਾਲ ਜੀ। ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲੋ ਹਾਲ ਜੀ। ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ। ਇਤਿਹਾਸ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜ਼ਿਕਰ ਮਿਲਦਾ ਆ ਕਿ ਜਿਸ ਜਗ੍ਹਾ ਦੇ ਉੱਤੇ ਕੁੰਮੇ ਮਾਸ਼ਕੀ ਦੀ ਛੰਨ ਦੇ ਵਿੱਚ ਆ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਇੱਥੇ ਠਹਿਰੇ, ਇਹ ਇੱਕ ਉਹ ਇਲਾਕਾ ਸੀ ਜਿੱਥੇ ਬੇੜੀ ਪੈਂਦੀ ਸੀਗੀ, ਪੱਤਣ ਦਾ ਇਲਾਕਾ ਸੀਗਾ। ਲੋਕ ਦੂਸਰੇ ਪਾਰ ਜਾਣ ਵਾਸਤੇ ਬੇੜੀ ਜਿਹੜੀ ਆ ਉਸ ਦੇ ਵਿੱਚ ਸਵਾਰ ਹੋ ਕੇ ਦੂਸਰੇ ਪਾਰ ਜਾਂਦੇ ਸੀ। ਤੇ ਉਹ ਅੱਜ ਵੀ ਸਿਲਸਿਲਾ ਜਿਹੜਾ ਆ ਉਹ ਜਾਰੀ ਹੈ। ਇੱਥੋਂ ਅੱਜ ਵੀ ਲੋਕ ਜਿਹੜੇ ਦੂਸਰੇ ਪਾਰ ਦਰਿਆ ਦੇ ਰਹਿੰਦੇ ਆ, ਸਤਲੁਜ ਦਰਿਆ ਆ ਰੋਪੜ ਜ਼ਿਲ੍ਹੇ ਦੇ ਵਿੱਚ ਇਹ ਏਰੀਆ ਜਿਹੜਾ ਆ ਉਹ ਪੈਂਦਾ ਆ। ਤੇ ਅੱਜ ਵੀ ਲੋਕ ਇੱਥੋਂ ਬੇੜੀ ਦੇ ਵਿੱਚ ਹੀ ਸਵਾਰ ਹੋ ਕੇ ਆਪਣੇ ਸਕੂਟਰ ਮੋਟਰਸਾਈਕਲ ਲੈ ਕੇ ਦੂਸਰੇ ਪਾਰ ਜਾਂਦੇ ਆ। ਤੇ ਬਾਬਾ ਕੁੰਮਾ ਮਾਸ਼ਕੀ ਜਿਨ੍ਹਾਂ ਦੇ ਗੁਰਦੁਆਰਾ ਸਾਹਿਬ ਆ ਇੱਥੇ, ਉਹ ਵੀ ਇੱਥੇ ਬੇੜੀ ਦੇ ਉੱਤੇ ਹੀ ਜਿਹੜੇ ਲੋਕ ਸੀਗੇ ਉਹਨਾਂ ਨੂੰ ਦੂਸਰੇ ਪਾਰ ਛੱਡ ਕੇ ਆਉਂਦੇ ਸੀ, ਉੱਧਰੋਂ ਇੱਧਰ ਲੈ ਕੇ ਆਉਂਦੇ ਸੀ। ਤੇ ਆਪਣੀ ਇੱਕ ਉਹਨਾਂ ਨੇ ਚੌਪੜੀ ਜਿਹੜੀ ਆ ਉਹ ਦਰਿਆ ਦੇ ਕਿਨਾਰੇ ਦੇ ਉੱਤੇ ਹੀ ਬਣਾਈ ਸੀਗੀ, ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਰਾਤ ਬਤੀਤ ਕੀਤੀ। ਤੇ ਅੱਜ ਵੀ ਇਹ ਸਿਲਸਿਲਾ ਜਿਹੜਾ ਆ ਉਸੇ ਤਰ੍ਹਾਂ ਹੀ ਜਾਰੀ ਆ। ਤੇ ਅੱਜ ਵੀ ਇੱਥੋਂ ਬੇੜੀ ਤੇ ਸਵਾਰ ਹੋ ਕੇ ਲੋਕ ਇਸੇ ਤਰ੍ਹਾਂ ਹੀ ਜਾਂਦੇ ਆ। ਅਸੀਂ ਇਸ ਜਗ੍ਹਾ ਦੇ ਉੱਤੇ ਆ ਕੇ ਖਾਸ ਕਰਕੇ ਇੱਥੇ ਸ਼ੂਟਿੰਗ ਤਾਂ ਕਰ ਰਹੇ ਹਾਂ ਤਾਂ ਜੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਆ ਉਹਨਾਂ ਨੂੰ ਅੱਛੇ ਤਰੀਕੇ ਦੇ ਨਾਲ ਜਾਣਕਾਰੀ ਦੇ ਸਕੀਏ ਕਿ ਇੱਥੇ ਜਿਹੜੀ ਇਹ ਜਗ੍ਹਾ ਆ ਇਹਦੇ ਉੱਤੇ ਅੱਜ ਵੀ ਉਸੇ ਤਰ੍ਹਾਂ ਦਾ ਸਿਲਸਿਲਾ ਜਾਰੀ ਆ, ਜਦੋਂ ਕਿ ਉਸ ਪੁਰਾਤਨ ਇਤਿਹਾਸ ਦੇ ਨਾਲ ਜਿਸ ਦੀ ਕੜੀ ਜੁੜਦੀ ਆ। ਤੇ ਫਿਰ ਇੱਥੋਂ ਹੀ ਸਵਾਰ ਹੋ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਕੁੰਮਾ ਮਾਸ਼ਕੀ ਜੀ ਤੇ ਗੰਗੂ ਸਵਾਰ ਹੋ ਕੇ ਤੇ ਉਸ ਦੇ ਪਿੰਡ ਸਹੇੜੀ ਦਾ ਰਸਤਾ ਜਿਹੜਾ ਉੱਥੋਂ ਤੱਕ ਛੱਡ ਕੇ ਆਏ ਸਨ।